जेता जियो पिंड सब तेरा, तू अंतर जामी। पुरख भगवान दासन दास कहे जन नानक। जेहा तू कराहे तेहा हो करी बख्यान। सतनाम श्री वाहिगुरु साहिब जी। सोरठ महला नौमा। एक ओंकार सतगुर प्रसाद। रे मन राम स्यों कर प्रीत। श्रवण गोविंद गुण सुनो अर गाओ रसना गीत। रे मन राम स्यों कर प्रीत। श्रवण गोविंद गुण सुनो अर गाओ रसना गीत। रहाओ कर साध संगत सिमर माधो। होहे पतित पुनीत। काल ब्याल ज्यों परयो डोले। मुख पसारे मीत। आज काल पुन तोहे ग्रस है। समझ राखो चीत। कह नानक राम भज ले। जात ओसर बीत। आज काल पुन तोहे ग्रस है। समझ राखो चीत। कह नानक राम भज ले। जात ओसर बीत। वाहिगुरु जी का खालसा वाहिगुरु जी की फतेह। जागदी जोत रूहानी ज्ञान दे मुजस्मे तन तन साहिब श्री गुरु ग्रंथ साहब महाराज जी की पावन पवित्र हजूरी दे विच जुड़ बैठे गुरु प्यारे गुरु सवारे सतसंगी जनों। सतगुरां ने कृपा की गुरु अस्थान ते गुरु चरनां विच जुड़ बैठन दा सुभाग समा प्राप्त होया है। धन धन गुरु तेग बहादुर महाराज तिलक जंजू की रक्षा करन वाले हिंद की चादर महान परोपकारी सतगुरु जिन्हां दा 400 साला प्रकाश पुरब 1 मई नूं आ रहा है। उसके संबंध दे विच
ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪ ਸੰਗਤਾਂ ਦੇ ਉਦਮ ਸਦਕਾ, ਗੁਰੂ ਮਹਾਰਾਜ ਜੀ ਦੀ ਅਸੀਮ ਕਿਰਪਾ ਸਦਕਾ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ। ਸਾਡੇ ਵੱਡੇ ਭਾਗ ਨੇ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਗੁਰਪੁਰਬ ਤੋਂ ਪਹਿਲਾਂ ਵਿਚਾਰਨ ਦਾ ਸੁਭਾਗ ਸਮਾਂ ਮਿਲਿਆ। ਆਓ ਸਾਰੀਆਂ ਸੰਗਤਾਂ ਜੋ ਸਾਹਿਬਾਂ ਦੇ ਪਾਵਨ ਵਚਨਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਇਸ ਨਾਲ ਜੁੜੀਏ। ਹੁਣ ਤੱਕ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਵਚਨ 9 ਸ਼ਬਦ ਗੋੜੀ ਰਾਗ ਦੇ, 1 ਸ਼ਬਦ ਆਸਾ ਰਾਗ ਦਾ, 3 ਸ਼ਬਦ ਦੇਵਗੰਧਾਰੀ ਰਾਗ ਦੇ, 1 ਸ਼ਬਦ ਵਿਆਗੜਾ ਰਾਗ ਦਾ, ਤੇ ਹੁਣ ਇਹ 12 ਸ਼ਬਦਾਂ ਦੀ ਲੜੀ ਹੈ ਸੋਰਠ ਰਾਗ ਦੇ ਵਿੱਚ। ਇਹ ਹੁਣ ਲੜੀਵਾਰ ਅੱਜ ਤੋਂ ਪਹਿਲਾ ਸ਼ਬਦ ਸ਼ੁਰੂ ਹੋ ਰਿਹਾ ਸੋਰਠ ਰਾਗ ਦਾ। ਆਓ ਇਹਨਾਂ ਪਾਵਨ ਵਚਨਾਂ ਦੀ ਵਿਚਾਰ ਕਰਾਂਗੇ। ਮਨੋਬਿਰਤੀਆਂ ਇਕਾਗਰ ਕਰੋ। ਸਾਰੇ ਸਾਹਿਬਾਂ ਦੇ ਚਰਨਾਂ ਝੁਕਾਓ ਸੀਸ ਪਿਆਰ ਨਾਲ। ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਵਚਨ ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਅੰਕ 631, ਜਿਸ ਅੰਗ ਤੇ ਸਤਿਗੁਰ ਦੇ ਸ਼ਬਦ ਦੀ ਆਰੰਭਤਾ ਹੋ ਰਹੀ ਹੈ। ਇਹ ਸੋਰਠ ਰਾਗ ਦਾ ਪਹਿਲਾ ਸ਼ਬਦ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਦਰਜ ਕੀਤਾ ਹੈ। ਜਿੱਥੇ ਰਾਗ ਦੀ ਆਰੰਭਤਾ ਹੁੰਦੀ ਹੈ, ਮਹਿਲ ਜਾਂ ਘਰ ਬਦਲਦਾ ਹੈ, ਉੱਥੇ ਗੁਰੂ ਮਹਾਰਾਜ ਨੇ ਮੰਗਲਾ ਚਰਨ ਉਚਾਰਨ ਕੀਤੇ ਨੇ। ਆਓ ਕਿ ਤਾਂ ਕਿ ਸਾਨੂੰ ਸਮਝ ਆ ਸਕੇ ਵੀ ਜੇ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਤੇ ਇੱਥੇ ਅੱਗੇ ਕੋਈ ਪਰਿਵਰਤਨ ਹੋ ਰਿਹਾ ਹੋਏਗਾ, ਜਾਂ ਤਾਂ ਘਰ ਦਾ ਜਾਂ ਫਿਰ ਮਹਿਲ ਦਾ। ਆਓ ਸਰੀਰਾਂ ਦਾ, ਕਿਹੜੇ ਸਰੀਰ ਦੀ ਬਾਣੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਮਹਾਰਾਜ ਜੀ। ਜੇ ਤਾਲ ਚੇਂਜ ਹੋ ਰਿਹਾ ਤਾਂ ਵੀ ਸਤਿਗੁਰ ਨੇ ਮੰਗਲਾ ਚਰਨ ਦਰਜ ਕੀਤੇ ਨੇ। ਜਿਵੇਂ ਤਾਲ ਦਾ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਉੱਥੇ ਵੀ ਸਤਿਗੁਰ ਨੇ ਮੰਗਲਾ ਚਰਨ ਦਰਜ ਕੀਤੇ ਨੇ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਵਨ ਸ਼ਬਦ ਰਾਹੀਂ ਆਖ ਰਹੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਰੇ ਦਾ ਅਰਥ ਹੈ ਹੇ, ਮਨ ਦਾ ਅਰਥ ਹੈ ਮਨ। ਹੇ ਮੇਰੇ ਮਨ, ਰਾਮ ਸਿਉ ਕਰ ਪ੍ਰੀਤ, ਪਰਮਾਤਮਾ ਨਾਲ ਪਿਆਰ ਬਣਾ। ਪਰਮਾਤਮਾ ਨਾਲ ਪਿਆਰ ਬਣਾ, ਪਰਮਾਤਮਾ ਨੂੰ ਪ੍ਰੀਤ ਕਰ, ਪਿਆਰ ਕਰ। ਮਹਾਰਾਜ ਪਰਮਾਤਮਾ ਨੂੰ ਪਿਆਰ ਬਣਾਉਣ ਨੂੰ ਆਖਦੇ ਹੋ, ਮੇਰਾ ਪਿਆਰ ਕਿਵੇਂ ਬਣੇ? ਵਾਹਿਗੁਰੂ ਦੇ ਨਾਲ ਪ੍ਰੀਤ ਕਿਵੇਂ ਜੁੜੇ? ਇਹ ਗੱਲ ਵੀ ਪੱਕੀ ਹੈ ਪਿਆਰਿਓ ਕਿ ਪਰਮਾਤਮਾ ਪਿਆਰ ਦਾ ਹੀ ਭੁੱਖਾ ਹੈ। ਇਹਨੂੰ ਮਹਾਰਾਜ ਕਹਿੰਦੇ ਨੇ, ਗੋਬਿੰਦ ਭਾਉ ਭਗਤ ਕਾ ਭੁੱਖਾ। ਗੋਬਿੰਦ ਜਿਹੜਾ ਉਹ ਪ੍ਰੇਮਾ ਭਗਤੀ ਦੀ ਭੁੱਖ ਹੈ, ਉਸਨੂੰ ਹੋਰ ਕੋਈ ਭੁੱਖ ਨਹੀਂ। ਜਿਹੜਾ ਸਾਡਾ ਮਾਲਕ ਹੈ ਨਾ ਵਾਹਿਗੁਰੂ, ਉਹਨੂੰ ਪ੍ਰੇਮ ਚਾਹੀਦਾ ਹੈ। ਔਰ ਸਤਿਗੁਰ ਵੀ ਆਖ ਰਹੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਹੈ ਮੇਰੇ ਮਨ, ਪਰਮਾਤਮਾ ਨਾਲ ਪਿਆਰ ਬਣਾ, ਪਿਆਰ ਕਰ ਪਰਮਾਤਮਾ। ਹੁਣ ਸਵਾਲ ਖੜਾ ਹੁੰਦਾ ਹੈ, ਮਹਾਰਾਜ ਪਰਮਾਤਮਾ ਨਾਲ ਪ੍ਰੇਮ ਕਿਵੇਂ ਪੈਦਾ ਹੋਏਗਾ? ਸਾਡਾ ਪ੍ਰੇਮ ਕਿਵੇਂ ਪੈਦਾ ਹੋਏਗਾ? ਵਾਹਿਗੁਰੂ ਨਾਲ ਪ੍ਰੇਮ ਕਿਵੇਂ ਬਣੇਗਾ ਸਾਡਾ? ਕਿਉਂਕਿ ਸਾਨੂੰ ਤੇ ਸਮਝ ਨਹੀਂ ਕਿ ਪਰਮਾਤਮਾ ਕਿਉਂਕਿ ਅਦ੍ਰਿਸ਼ ਹੈ, ਦਿਖਾਈ ਦਿੰਦਾ ਨਹੀਂ। ਉਹਨੂੰ ਤੇ ਤੁਸੀਂ ਰਾਮ ਕਹਿ ਰਹੇ ਹੋ, ਜਿਸ ਦਾ ਅਰਥ ਹੈ ਰਮਿਆ ਹੋਇਆ। ਹੁਣ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਸਮਾਇਆ ਹੋਇਆ, ਉਸਦੇ ਨਾਲ ਸਾਡਾ ਪਿਆਰ ਕਿਵੇਂ ਬਣੇ? ਦਿਸਦੀ ਚੀਜ਼ ਨਾਲ ਪਿਆਰ ਪੈ ਜਾਣਾ ਸੌਖਾ ਹੈ, ਪਰ ਅਣਦਿਸਦੀ ਚੀਜ਼ ਨਾਲ ਪਿਆਰ ਪੈਣਾ ਬੜਾ ਔਖਾ ਹੈ। ਜਿਹੜੀ ਚੀਜ਼ ਦਿਖਾਈ ਨਹੀਂ ਦੇ ਰਹੀ, ਉਹਦੇ ਨਾਲ ਪ੍ਰੀਤ ਕਿਵੇਂ ਬਣੇ? ਤੇ ਗੁਰੂ ਸਾਹਿਬ ਅੱਗੇ ਕਿਰਪਾ ਕਰਕੇ ਦੱਸ ਰਹੇ ਨੇ। ਮਹਾਰਾਜ ਆਖਣ ਲੱਗੇ ਕਿ ਕੰਨਾਂ ਦੇ ਨਾਲ
उस परमात्मा की उस्तत सुनिया कर, परमात्मा की सिफत सुनिया कर ते जीव दे नाल परमात्मा की सिफत दे गीत गाया कर। यह तरीका है परमात्मा नाल प्यार बनाउण दा, परमात्मा नाल प्रीत पाउण दा। सरवण गुण गोबिंद सुनो अर गाओ रसना गीत। सरवण कहते ने कन्नां नूं, कन्नां दे नाल महाराज कहते ने उस अकाल पुरख वाहिगुरू की सिफत सलाह सुनिया कर, वाहिगुरू की वडियाई सुनिया कर। जिवें कोई सानू परमात्मा की वडियाई सुनाएगा ना, वाहिगुरू की सिफत सुनाएगा तो हौली हौली सिफत सुन सुन के उस मालक दे नाल साडा प्यार बन जाना। होर कोई तरीका नहीं प्यार पाउण दा। जितनी कोई सिफत वध सुनेगा, मालक की वडियाइयां वध सुनेगा, उतना वध उसका प्यार होवेगा। जिन्ना मालक की वडियाइयां तो कोई वांझा होएगा, उतना वो परमात्मा के प्यार तो भी वांझा होएगा। कुदरती है कि किसी की असी गल करते हैं ना, तो उसकी गल करते हैं, उसकी वडियाई करते हैं, कुदरती वो बंदा भावें देखा भी ना होवे, उसदे नाल सांझ भी ना होवे, तां भी सानूं मन ही मन चंगा लगन लग पैंदा है भी जिसकी इतनी वडियाइयां, इतनी उपमा की जा रही, वो कितना महान होएगा जिहड़ा असीं देखा भी ना होवे। खास करके वेखो ना, साडे पुरातन समाज दे विच जदों बच्ची नौजवान हो जाती सी ना, तो माँ प्यो उसदे वास्ते साक लभदे सन, रिश्ता लभदे सन। उस वेले देखण दा रिवाज नहीं सी आम, पर जदों उस बच्चे की सिफत उस बच्चे के सामने करनी भी जिहदे नाल तेरा संजोग जुड़िया है ना, तो वह बच्चे विच ये खूबी, उस बच्चे विच ये खूबी है, उहदे मन ही मन चाह उपजदा सी भी जितनी खूबी ये दस रहे ने वो कितना चंगा होएगा। एक लालसा हुंदी सी देखण दी, एक उमंग पैदा हुंदी सी। इस तरह परमात्मा दे नाल प्यार पाउण दा इक्को ही तरीका है। साहिब कहंदे ने कि सरवण गुण गोबिंद सुनो, कन्ना दे नाल परमात्मा दे गुण सुनिया करो, ते महाराज कहंदे ने उस परमात्मा दी रसना दे नाल सिफत करया करो। अर गाओ रसना गीत। अर दा अर्थ है अते, गाओ रसना दा अर्थ है जीव, गीत दा अर्थ है परमात्मा दी सिफत सलाह दे गीत गाया करो। आओ कि कन्ना दे नाल परमात्मा दी सिफत सुननी है, इस रसना दे नाल वाहिगुरू जी दी सिफत सलाह दे गीत गाने ने। जितना कोई वध सिफत सुनेगा, जितना कोई वध परमात्मा की वडियाई करेगा, उसकी झोली विच उतना को वध प्यार पएगा। एक बड़ा प्यारा बचन ने महाराज आखदे ने, सतगुर सदा दयाल है भाई, बिन भागा क्या पाइए, एक नदर कर वेखै सब ऊपर, जिहा भाओ तेहा फल पाइए। जितना किसी का प्रेम है ना, फल भी उतना वध कोई लै सकता वाहिगुरू को। जितना किसी का प्रेम है वाहिगुरू नाल। इसका अर्थ है कि वाहिगुरू जी कोलों जे दातां लैणियां ना, तो होर कुछ करन दी लोड़ नहीं, उसदे नाल प्यार वधाउण दी लोड़ है। जे परमात्मा तो जे खजाने विचों कुछ लैना ना, क्योंकि वाहिगुरू के खजाने विच तां सब निधान, 10 अष्ट सिधान ठाकुर करतल धरिया। की नहीं है वाहिगुरू जी के खजाने सारिया चीज़ां ने ना प्यारिओ। तो जे उस वाहिगुरू जी के खजाने विचों कुछ लैना है, तो फिर सच जानना, जितना प्रेम होएगा सदु कहने उतना तू दात मालक कोलों प्राप्त कर लेंगे। क्योंकि एक नदर कर वेखै सब ऊपर, वाहिगुरू की नज़र इको जी है सारियां ते। जेहा भाओ तेहा फल पाइए। जितना कोई प्रेम करता है मालक नूं, अकाल पुरख वाहिगुरू नूं, सतगुर कहने उतना ही फल जिहड़ा उसकी झोली विच पै जांदा है। जे साडे कोल दात घट है तो माफ़ कर देना, साडे कोल परमात्मा का प्यार भी घट होएगा, साडे जीवन च परमात्मा की सिफत भी घट होएगी। दातां वधियां इक्को ही तरीका है वधाउण दा, परमात्मा के खजानिਆਂ विचों कुछ प्राप्त करने का इक्को ही तरीका कि उसदे नाल प्रेम करिए। इस करके सतगुर आखर ने, सरवण गोबिंद गुण सुनो अर गाओ रसना गीत। रसना नाल परमात्मा की सिफत सलाह के गीत गाया करो। परमात्मा की सिफत सलाह के गीत गा हे मना, अगे कह रहे ने रहाओ, इसी शब्द का केंद्र ही पाओ। अगले वचन कीते,
कर साध संगत सिमर माधो होहे पतित पुनीत। माधो का अर्थ है माया का पति। हे माधो, हे माया के पति परमात्मा। महाराज कहते हैं उस माया के पति परमात्मा नूं कर साध संगत सिमर माधो। माधो नूं सिमर पाओ कि गुरु की संगत विच बैठ के, गुरु की संगत विच बैठ के उस अकाल पुरख वाहिगुरू नूं याद कर। ये साडे कोल एक वसीला है परमात्मा नूं याद करन दा। ये भी तुसीं कई बारी देखा होगा, जितना मन गुरु के दर ते आके साडा मन जुड़ता, इतना घर विच बाणी पढ़दिआं नहीं जुड़ता। जितना मन इत्थे आके जुड़ता है, घर विच भावें कथा कीर्तन लाया होवे टीवी ते, पर वो गल नहीं जे बनदी। भावें कई कहते ने जी टीवी ते कथा सुन लैंदे आ, पर ख्याल करना जितना मन गुरु के दर ते इकागर हुंदा है ना, जितनी गल गुरु के दर ते बैठ के बनती है, उतनी घर विच नहीं। जे घर विच गल बनती होवे ते कोई स्कूल ना खुलता, कोई कॉलेज ना खुलता। खुले इस करके सन कि बच्चे की गल बन जाए जीवन च, इसनों कोई सबक मिल सके कॉलेज चों, स्कूल चों, उस अदारे विचों। इस करके साहिब जी कहते ने कि तू साध संगत दे विच बैठ के सिफत करया कर। देखो दास अजोके समय की एक उदाहरण देवे। बहुत सारे नौजवान वीरां दे नाल दास की गल हुंदी है, जिहड़े कि वर्क करते हैं कंपनियां दे विच, वख-वख थावां ते जांदे है। अक्सर फोनां ते गल हुंदी रहिंदी है ते वो अक्सर कहते ने भी दफ्तर जांदे सी चंगा सी, घर बैठ के ते बड़ा औखा है। भावें असीं कहंदे ने फ्रॉम होम वर्क भी असीं घर तो बैठ के काम कर रहे हैं, फिर एडा सौखा तो नहीं। पुछ के देखो उन्होंने कितना औखा हो गया। दफ्तर विच जांदे सन, घट काम सी, चाह पानी जिहड़ा सी वो भी सब उन्हां दा मिल जांदा सी, कंपनी वालियां दा। इत्थे खर्चे भी वध गए, घर च रह के काम भी वध गया उन्हां दा, परेशान भी रहिंदे। उत्थे ना कोई परेशानी, ना कोई टेंशन, ना कोई चिंता। ये गल समझ के देखो कि आपां जदों कहंदे ना घर विच बैठ के कर लैंदे। मैनूं कोई पुछदा भी गुरुद्वारे क्यों आना जरूरी है जी? घर भी तो बाणी पढ़ लेंगे चंगी भली, असीं कथा भी सुन लेंगे, सब कुछ चलता घर च। मैं एक गल कहना हुंदा, कहंदे एक बूंद समुंदर विचों उठे भाव बन के, ते जे वो बूंद बदलों विचों वरे, ते जे वो वरे जाके हिमाचल दे विच पाओ, हिमालय दे उत्ते बर्फ दे उत्ते, ते वो पत्थर बन जाती है। जे बदलों विचों बूंद वरे रेगिस्तान दे विच अपनी होंद गवा बैंदी है, और जे वही बूंद होर बूंदा का आसरा लै लैंदी है ना, तो वह नदी नाला वो बन के अपने समुंदर तक दोबारा फिर पहुँच जाती है। पर कल्ली बूंद कवे नहीं मैं किसी का सहारा नहीं लेना तो मैं समुंदर तक पहुँच जाना, नहीं पहुँच सकती। ਜਿਹੜੇ ਕਹਿੰਦੇ ਅਸੀਂ ਇਕੱਲੇ ਹੀ ਕਰ ਲੈਂਦੇ ਆ, माफ़ करना, वो बूंदा नहीं पहुँच पाणगियां। उन्होंने दूजी बूंदा का आसरा लेना पेगा। वो बूंदा ने इस साध संगत में बैठे हुए शरीर ने, उच्चारण करो सतनाम। ये शरीर ने इत्थे बैठ के साडी गल बनदी है, क्योंकि एक बूंद दूजे बूंद का आसरा लैके नदी नाला बन के समुंदर तक पहुँच जाती है। पर कोई कल्ला कवे कि मैं कल्ला पहुँच जावांगा। जिन्हों ने कल्ला ने नाम जपिया, तुसीं वेखो रावण बन के प्रगट होए। जिन्हें कल्ला ने नाम जपिया वो कंस बन के प्रगट होए। कल्ला ने नाम जपिया, तुसीं देखो ना, तुसीं जिहड़ा कि प्रहलाद दा पिता सी हरनाकस बन के प्रगट होए। क्यों? क्योंकि उन्होंने कल्ला ने नाम जपिया। जदों बंदा कल्ला नाम जपेगा, कहना मैं घर च ही सब कुछ कर लैना, गुस्ताखी माफ। कल्ले बंदा जदों आप करदा, मैं बाणी पढ़दा, मैं नितनेम करदा, मैं कथा सुनदा, अहंकार की पंड भी उतनी वड्डी होई जांदी है। पर जो संगत विच बैठ के करदा तो इत्थे माण कोई नहीं, इत्थे सोचदा मेरे नालों कितने गाह ने जिहड़े चंगे काम करन वाले, सेवा करन वाले, पूजा पाठ करन वाले, धर्म कर्म करन वाले, दान पुण्य करन वाले, मैं तो कुछ भी नहीं करता। इत्थे माण नहीं आएगा थानू। पर जो घर विच बैठ के तुसीं समझोगे कल भी मेरे वर्गा तो कोई है नहीं, मैं बड़ा धर्मी हाँ। इस करके सतगुर कहने कर साध संगत सिमर माधो। उस अकाल पुरख वाहिगुरू नूं, माया दे पति नूं सिमर, की होएगा? होहे पतित पुनीत। कहते जे परमात्मा की सिफत करेगा ना,
ਤਾਂ ਵਾਹਿਗੁਰੂ ਦੀ ਜਿਹੜੀ ਸਿਫਤ ਹੈ ਨਾ, ਉਹ ਵਿਕਾਰਾਂ ਵਿੱਚ ਡਿੱਗੇ ਹੋਏ ਵਿਕਾਰੀ ਬੰਦਿਆਂ ਨੂੰ ਵੀ ਪੁਨੀਤ ਕਰ ਦਿੰਦੀ ਹੈ। ਪੁਨੀਤ ਦਾ ਅਰਥ ਹੈ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ। ਇਹ ਸਾਧ ਸੰਗਤ ਵਿੱਚ ਤਾਕਤ ਹੈ। ਭੂਮੀਆਂ ਚੋਰ ਆਇਆ ਸੀ ਗੁਰੂ ਸਾਹਿਬ ਦੇ ਦਰ ਤੇ, ਸਾਧ ਬਣ ਕੇ ਗਿਆ। ਗੁਰੂ ਦੀ ਸੰਗਤ ਦੀ ਬਰਕਤ ਦੇ ਨਾਲ ਜਿਹੜੇ ਗੁਰੂ ਦੇ ਦਰ ਤੇ ਆ ਗਏ ਨਾ, ਭਾਵੇਂ ਉਹ ਵੱਡੇ ਵੱਡੇ ਡਾਕੂ ਇੱਥੇ ਆਏ, ਚੋਰ ਆਏ, ਇੱਥੋਂ ਸਾਰੇ ਸਾਧ ਬਣ ਕੇ ਗਏ। ਕੋਡਾ ਰਾਖਸਸ ਆਇਆ, ਬਲੀ ਗੰਧਾਰੀ ਆਇਆ, ਹੋਰ ਕਿਤਨੇ ਜਿਹੜੇ ਗੁਰੂ ਕੋਲ ਆ ਗਏ, ਗੁਰੂ ਦੇ ਚਰਨਾਂ ਵਿੱਚ ਗੁਰੂ ਨੇ ਉਹਨਾਂ ਨੂੰ ਪਾਵਨ ਜੀਵਨ ਵਾਲਾ, ਪਵਿੱਤਰ ਜੀਵਨ ਵਾਲਾ ਬਣਾ ਦਿੱਤਾ। ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲਿਆ। ਦੇਖੋ ਨਾ ਕਿਸ ਤਰ੍ਹਾਂ ਗੁਰੂ ਸਾਹਿਬ ਜਦੋਂ ਸਿੰਗਲਾ ਦੀਪ ਜਾਂਦੇ ਨੇ ਤੇ ਰਾਜਾ ਸਿਵਨਾਬ ਨੇ ਨੌਜਵਾਨ ਬੱਚਿਆਂ ਨੂੰ ਤਿਆਰ ਕਰਕੇ ਗੁਰੂ ਨਾਨਕ ਪਾਤਸ਼ਾਹ ਕੋਲ ਭੇਜਿਆ। ਉਹਨਾਂ ਨੇ ਆਪਣੇ ਚਰਿੱਤਰ ਕੀਤੇ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਹ ਬੱਚੀਆਂ ਆਈਆਂ ਔਰ ਉਹਨਾਂ ਬੱਚਿਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਕੀਤਾ ਤੇ ਮੇਰੇ ਗੁਰੂ ਨਾਨਕ ਨੇ ਗੱਲ ਆਖੀ, ਗਾਛੋ ਪੁੱਤਰੀ ਰਾਜਕੁਮਾਰ, ਹੇ ਮੇਰੀ ਬੱਚਿਓ ਚਲੀ ਜਾਓ। ਗਾਛੋ ਦਾ ਅਰਥ ਹੈ ਜਾਣਾ, ਸੰਸਕ੍ਰਿਤ ਦਾ ਲਫ਼ਜ਼ ਹੈ ਗਾਛੋ। ਹੇ ਮੇਰੀਆਂ ਬੱਚਿਓ ਚਲੀਆਂ ਜਾਓ, ਨਾਮ ਜਪੋ ਸਚ ਦੋਣ ਪਤਾਰ, ਜਾ ਕੇ ਪਰਮਾਤਮਾ ਦਾ ਨਾਮ ਜਪੋ ਤੇ ਜ਼ਿੰਦਗੀ ਸਵਾਰ ਲਓ। ਇਹ ਮੌਕਾ ਮਿਲਿਆ, ਬਾਰ-ਬਾਰ ਨਹੀਂ ਮਿਲਣਾ। ਤੇ ਉਹ ਤੇ ਸਾਰੀਆਂ ਚਲੀ ਗਈਆਂ ਬਾਬੇ ਨਾਨਕ ਦੇ ਵਚਨ ਸੁਣ ਕੇ। ਤੇ ਜਦੋਂ ਗਈਆਂ ਨਾ ਬਾਬੇ ਨਾਨਕ ਦੇ ਵਚਨ ਸੁਣ ਕੇ, ਤੇ ਸਾਰੇ ਸਿਵਨਾਮ ਨੂੰ ਕਹਿੰਦੀਆਂ ਕਿ ਐਤਕੀ ਜਿਹੜਾ ਪੀਰ ਆਇਆ ਨਾ ਉਹ ਸੱਚਾ ਹੈ, ਉਚਾਰਨ ਕਰੋ ਸਤਨਾਮ। ਪਹਿਲਾਂ ਜਿਹੜੇ ਪੀਰ ਆਉਂਦੇ ਸੀ ਉਹ ਝੂਠੇ ਸਨ, ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਆਖਦੇ ਸਨ। ਇਹ ਸੱਚੀਓ ਗੁਰੂ ਨਾਨਕ ਆਇਆ। ਇਸ ਨੇ ਤੇ ਕਹਿ ਦਿੱਤਾ, ਮੇਰੀਆਂ ਬੱਚਿਓ ਜਾਓ, ਜਾ ਕੇ ਨਾਮ ਜਪੋ। ਇਹ ਜੀਵਨ ਬਰਬਾਦ ਕਰਨ ਵਾਸਤੇ ਨਹੀਂ ਮਿਲਿਆ। ਉਹਨਾਂ ਦਾ ਜੀਵਨ ਜਿੱਥੇ ਕਿ ਉਹ ਪਤਿਤ ਸਨ, ਵਿਕਾਰਾਂ 'ਚ ਡਿੱਗੀਆਂ ਹੋਈਆਂ ਸਨ, ਗੁਰੂ ਸਾਹਿਬ ਦੇ ਇੱਕ ਬੋਲ ਨੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ। ਇੱਕ ਬੋਲ ਨੇ, ਇੱਕ ਬੋਲ ਨੇ। ਜਦੋਂ ਅਸੀਂ ਕਥਾ ਪੜ੍ਹਦੇ ਨਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ 'ਚ ਅੱਗੇ ਕਥਾ ਆਏਗੀ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਇ ਨਿਸਤਾਰਾ ਦੀ ਗੱਲ ਚਲੇਗੀ। ਤੇ ਉੱਥੇ ਜੋ ਗੱਲ ਚਲੇਗੀ ਇੱਕ ਵੇਸਵਾ ਦੀ, ਉੱਥੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਦੇਖੋ ਪਰਮਾਤਮਾ ਦੀ ਖੇਡ, ਕਿ ਜਦੋਂ ਇੱਕ ਸਾਧ, ਇੱਕ ਸੰਤ, ਬਰਸਾਤ ਹੋ ਰਹੀ ਸੀ, ਰਾਤ ਕੱਟਣ ਵਾਸਤੇ ਆਇਆ ਤੇ ਅਚਨਚੇਤ ਵੇਸਵਾ ਦੇ ਬੂਹੇ ਤੇ ਚਲਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਉਸ ਸਾਧ ਸੰਤ ਨੇ ਕਿਹਾ, ਮਾਂ ਇਹ ਬਾਹਰ ਬਰਸਾਤ ਬੜੀ ਹੈ ਤੇ ਮੈਂ ਤੇਰੇ ਘਰ 'ਚ ਰੁਕਣਾ। ਕਹਿੰਦਾ ਜਿਵੇਂ ਜਿਵੇਂ ਸਾਧ ਨੇ ਨਾਮ ਜਪਿਆ, ਉਹ ਵੀ ਨਾਮ ਜਪਣ ਲੱਗ ਪਈ। ਨਾਮ ਜਪਦੇ ਜਪਦੇ ਰਾਤ ਲੰਘ ਗਈ, ਸਵੇਰ ਹੋਈ, ਉਹ ਸਾਧ ਤਾਂ ਚਲਾ ਗਿਆ ਪਰ ਆਪਣਾ ਪ੍ਰਭਾਵ ਛੱਡ ਗਿਆ। ਉਸਨੇ ਉਹ ਕੰਮ ਛੱਡ ਕੇ ਨਾ ਬੰਦਗੀ ਦਾ ਵਾਲਾ ਜੀਵਨ ਜੀਵਿਆ। ਸਤਿਗੁਰ ਕਹਿੰਦੇ ਦੇਖੋ ਸੰਤ ਦਾ ਪ੍ਰਭਾਵ, ਰੱਬ ਦੇ ਪਿਆਰੇ ਦਾ ਪ੍ਰਭਾਵ। ਰਾਤ ਜਾ ਰਿਹਾ ਸੀ ਇੱਕ ਥਾਂ ਤੇ ਦੂਜੀ ਥਾਂ, ਰਸਤੇ ਵਿੱਚ ਬਰਸਾਤ ਹੋਣ ਲੱਗ ਪਈ, ਹੋਰ ਕੋਈ ਥਾਂ ਸਿਰ ਢੱਕਣ ਵਾਸਤੇ ਨਹੀਂ ਸੀ। ਵੇਸਵਾ ਦਾ ਘਰ, ਉੱਥੇ ਚਲਾ ਗਿਆ, ਉਹਦੇ ਦਰ ਤੇ ਜਾ ਕੇ ਬੈਠਾ ਰਿਹਾ ਔਰ ਉਸਨੂੰ ਕਿਹਾ ਕਿ ਮੇਰੀ ਮਾਂ ਮੈਂ ਰਾਤ ਰੁਕਣਾ ਤੇ ਸਵੇਰ ਹੋਣੀ ਮੈਂ ਚਲੇ ਜਾਣਾ। ਇਤਨੀ ਗੱਲ ਆਖੀ, ਉਹਦੇ ਮਨ ਵਿੱਚ ਜੋ ਕਪਟ ਸੀ ਨਾ, ਜੋ ਸੋਚ ਰਹੀ ਸੀ, ਉਹ ਕਪਟ ਦੂਰ ਕਰ ਦਿੱਤਾ ਇਤਨੇ ਲਫ਼ਜ਼ ਨੇ, ਮੇਰੀ ਮਾਂ ਮੈਂ ਰਾਤ ਰੁਕਣਾ, ਸਵੇਰ ਹੋਵੇਗੀ ਮੈਂ ਚਲੇ ਜਾਵਾਂਗਾ, ਕਿਉਂਕਿ ਬਰਸਾਤ ਹੋ ਰਹੀ, ਕਿੱਥੇ ਜਾਵਾਂ। ਪੂਰੀ ਰਾਤ ਉਹ ਰਾਮ ਰਾਮ ਕਰਦਾ ਰਿਹਾ, ਸਵੇਰੇ ਉਹ ਰਾਮ ਦਾ ਰੂਪ ਹੋ ਗਈ। ਸਾਧ ਸੰਗਤ ਵਿੱਚ ਇਹ ਤਾਕਤ ਹੈ। ਮਹਾਰਾਜ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਸਾਧ ਸੰਗਤ ਤੈਨੂੰ ਪਤਿਤ ਨੂੰ, ਵਿਕਾਰਾਂ ਵਿੱਚ ਡਿੱਗੇ ਨੂੰ ਪੁਨੀਤ ਕਰ ਦੇਗੀ। ਤੇ ਫਿਰ ਮਹਾਰਾਜ ਕਹਿੰਦੇ ਕਾਲ ਵਿਆਲ ਜੋ ਪਰਿਓ ਡੋਲੇ ਮੁਖ ਪਸਾਰੇ ਮੀਤ। ਹੈ ਮੇਰੇ ਮਿੱਤਰ, ਕਹਿੰਦੇ ਕਾਲ ਰੂਪੀ ਸੱਪ ਮੁਖ ਅੱਡ ਕੇ ਬੈਠਾ ਹੋਇਆ ਹੈ, ਤੇਰੇ ਆਲੇ ਦੁਆਲੇ ਡੋਲ ਰਿਹਾ ਹੈ। ਉਸਨੇ ਮੁਖ ਵੀ ਅੱਡਿਆ ਹੋਇਆ। ਕਾਲ ਵਿਆਲ ਜੋ ਪਰਿਓ ਡੋਲੇ, ਭਿਆਨਕ ਜਿਹੜਾ ਨਾਗ ਹੈ, ਸੱਪ ਹੈ, ਕਾਲ ਰੂਪੀ ਸੱਪ ਹੈ, ਉਹ ਤੇਰੇ ਗਲੇ 'ਚ ਪਿਆ ਹੋਇਆ ਹੈ ਤੇ ਉਸਨੇ ਆਪਣਾ ਮੁਖ ਵੀ ਅੱਡਿਆ ਹੋਇਆ ਹੈ। ਮਿੱਤਰ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਧਿਆਨ ਦੇ, ਕਿਤੇ ਕਾਲ ਰੂਪੀ ਸੱਪ ਨੇ ਆਪਣਾ ਮੁਖ ਅੱਡਿਆ ਹੋਇਆ, ਮੁਖ ਪਸਾਰੇ ਮੀਤ। ਹੈ ਮੇਰੇ ਮਿੱਤਰ, ਉਸਨੇ ਮੁਖ ਪਸਾਰਿਆ ਹੋਇਆ, ਮੁਖ ਅੱਡਿਆ ਹੋਇਆ। ਪਤਾ ਕੀ ਕਰੇਗਾ? ਕਹਿਣ ਲੱਗੇ ਆਜ ਕਾਲ ਫੁਨ ਤੋਹੇ ਗਰਸ ਹੈ,
अज नहीं ते कल उस सप ने जिन्हें मुख अड्या होया तेनू ग्रस लैना है, खा जाना है। कोई पता नहीं अज ही खा लवे कि कल खा लवे। सतगुरु कहते एक याद रखी, उसने मुख अड्या होया, अज नहीं ते कल उसने ग्रस लेना, तेनू खा लेना है। महाराज कहते ने आज काल हुण तोहे ग्रस है। महाराज कहते समझ राखो जीत, अपने चित विच ये समझ रख, ये विचार कर कि मौत रूपी सप गले च पिया होया, उसने मुख पसारिया होया है। अज नहीं ते कल उसने मैनू खाना जरूर है, ग्रसना जरूर है, मैनू हड़प कर लेना है, मैनू खा जाना उसने। और कोई बंदा गारंटी नाल नहीं कह सकता कि मैनू उस सप नहीं खाएगा। यही तो मालक दी खेड है। जेड़े कहते ने सानू की होण लग्या, एक खिंद दा भरोसा नहीं शरीर दा। अज बड़ा दुख हुंदा है जदों कि देखिए ना समाज विच आले दुआले विच नौजवान शरीर छड़ छड़ के जा रहे हैं। जेड़े कहते सन अजे तो बुढ़ेपा आएगा फिर वेखांगे, नाम जप लांगे, अजे तो पैसे इकट्ठे कर लईए। सतगुरु कहते देख सिखा, आज काल फन तोहे ग्रस है, समझ राखो चीत। अज नहीं ते कल इस मौत ने तेनू ग्रस लैना है, खा जाना है। इस नू समझ लै भी अज नहीं ते कल तेनू ग्रस लैना, खा जाना है। ते असीं सोचते हाँ कि कोई गल नहीं अगे देखांगे, अजे तो बड़ा समा पिया। गुरबाणी ने इस विचार नू जो आम समाज दी विचार सी कि अजे तो बच्चे का बचपना है, माँ कहती है अजे तो बंदगी की तैनू की लोड़ है। जमान नू कहा जाता सी तू जो चार पैसे इकट्ठे कर लै, बुढ़ेपा पिया इस काम वास्ते कर ले, बुढ़ेपे विच जो कुछ करना है जब तब करना है। पर सतगुरु कहते एक गल याद रखी, 12 वर्ष बालपन बीते, 20 वर्ष कछ तप ना कियो, 30 वर्ष कछ देव ना पूजा, फिर पछताना वृद्ध पयो, मेरी मेरी करते जन्म गयो। मेरी मेरी करदे जन्म चला गया, पता भी नहीं चलिया बंदे नूं। कदों 12 साल लंघ गए, कदों 20 साल लंघ गए, कदों 30 साल लंघ गए। इस तरह ही करदियां भी अगे देखांगे ते जन्म चला गया। इस करके गुरु नानक पातशाह सानू समझाते, सिखा एक गल याद रखी, हम आदमी हाँ एकदमी, साडी हस्ती कितनी एकदम दी है। एक सवास आ गया असीं जीउंदे हाँ, नहीं आया तो असीं की हाँ, मिट्टी का ढेर या कुछ होर इस तो ज़्यादा हाँ। साडी कोई पाया है और उस सवास दे दम ते असीं कितना कुछ करते हैं। लोकां नूं गल्लां कढनियां, माड़ा बोलना, खो खुआई करनी, लोकां दी बेइज्जती करनी, उन्हां नूं परेशान कर, एक सवास ओही निकल जाए की करांगे। इस करके गुरुदेव पिता गुरु तेग बहादुर महाराज सानू समझाने लगे, सिखा भी गुरमुखां दी संगत करया कर, परमात्मा दा भजन करया कर, परमात्मा दी उस्तत करया कर, तू विकारी जीवन तो पवित्र जीवन वाला बन जाएगा। ते एक काम विच आलस ना कर, क्योंकि मौत सप वांग मुँह खोल के चारे पासे तेरे घूमदी पई है। इस करके अपने चित्त विच ये समझ रख लै कि मौत तैनू भी छेती ही हड़प कर लेगी, तैनू भी खा जाएगी। इस करके मार्ग ने कह नानक राम भज लै। गुरु तेग बहादुर महाराज आखदे ने, नानक तैनू आखदा है हुण अजे भी वेला है, परमात्मा दा भजन कर लै। गुरबाणी ने यह आख्या कि जे हुण भी तू भजना शुरू कर दिता तो हुणे ही मुक्त हो जाएगा। अंत काल नारायण सिमरै, ऐसी चिंता में जे मरै, वदत त्रिलोचन ते नर मुक्ता पितंबर वाके हृदय वसै। अंत काल मौत वेले गुरबाणी ने बड़ी प्यारी व्याख्या की। सदू कहते ने भी हुण परमात्मा दा भजन कर लै, अकाल पुरख वाहिगुरू नूं ध्यान लै, कह नानक राम भज लै। उस अकाल पुरख वाहिगुरू दा भजन कर लै, परमात्मा दा सिमरन कर लै। नहीं तो सदू कहते जात ओसर बीत, आखन लगे ये जिहड़ा अवसर मिलिया ना, ये जिहड़ा वेला मिलिया, ये तो लंघदा जा रहा है। ये अवसर ही जिन्हों रोज पढ़ते हो, भई प्राप्त
मानुख दे हुरिया गोबिंद मिलन की ਇਹ ਤੇਰੀ ਬਰੀ ਹੈ। ਅਵਸਰ ਹੀ ਸਾਡੇ ਕੋਲ, ਮੌਕਾ ਹੀ ਹੈ। ਲੰਘ ਗਿਆ ਤੇ ਲੰਘ ਗਿਆ, ਦੁਬਾਰਾ ਮੁੜ ਕੇ ਨਹੀਂ ਮਿਲਣਾ। ਫਿਰ ਬੰਦੇ ਕੋਲ ਕੇਵਲ ਪਛਤਾਵਾ ਹੁੰਦਾ ਹੈ, ਮੈਂ ਇਹ ਕਰ ਲੈਣਾ ਸੀ, ਮੈਂ ਇਹ ਕਰ ਲੈਣਾ ਸੀ। ਸਾਧੂ ਕਹਿੰਦੇ ਫਿਰ ਮੌਕਾ ਕੋਈ ਨਹੀਂ ਮਿਲਣਾ। ਅਵਸਰ ਬਤੀਤ ਹੁੰਦਾ ਜਾ ਰਿਹਾ। ਇੱਕ ਮੈਂ ਗਾਥਾ ਬੜੀ ਪਿਆਰੀ ਪੜ੍ਹ ਰਿਹਾ ਸੀ, ਉਹ ਕਹਿ ਕੇ ਸਮਾਪਤੀ ਕਰਾਂ। ਇੱਕ ਬੰਦੇ ਨੇ ਕਿਸੇ ਅਵਸਰ ਨੂੰ ਮਿਲਣਾ ਸੀ, ਉੱਥੇ ਗਿਆ, ਉਸ ਨੂੰ ਮਿਲਣ ਵਾਸਤੇ ਸਮਾਂ ਮੰਗਿਆ, ਉਸਨੂੰ ਸਮਾਂ ਮਿਲ ਗਿਆ। ਸਮਾਂ ਮਿਲ ਗਿਆ, ਜਿਸ ਦਿਨ ਮਿਲਣ ਦਾ ਸਮਾਂ ਮਿਲਿਆ ਸੀ ਉਸ ਦਿਨ ਮਿਲਣ ਵਾਸਤੇ ਚਲਾ ਗਿਆ। ਜਦੋਂ ਮਿਲਣ ਵਾਸਤੇ ਗਿਆ ਤਾਂ ਪਿਆਰ ਵੱਲ ਸੱਚ ਜਾਣਨਾ, ਉੱਥੇ ਅਵਸਰ ਦੇ ਘਰ ਦੇ ਆਲੇ ਦੁਆਲੇ ਬੜਾ ਸੁੰਦਰ ਬਗੀਚਾ, ਫੁਹਾਰੇ ਚੱਲ ਰਹੇ ਨੇ, ਫੁੱਲ ਖਿੜੇ ਹੋਏ ਨੇ, ਬੜੀ ਰੌਣਕਾਂ ਨੇ। ਉਹ ਰੌਣਕਾਂ ਵੇਖਣ ਲੱਗ ਪਿਆ। ਰੌਣਕ ਦੇਖਦੇ ਦੇਖਦੇ, ਫੁਹਾਰੇ ਵੇਖਦੇ ਵੇਖਦੇ, ਫੁੱਲਾਂ ਨੂੰ ਵੇਖਦੇ ਆ, ਭਵਰਿਆਂ ਨੂੰ ਵੇਖਦੇ ਆ, ਜਿਹੜਾ ਸਮਾਂ ਮਿਲਿਆ ਸੀ ਪੂਰਾ ਹੋ ਗਿਆ। ਜਿਹੜਾ ਮਾਲਕ ਦੇ ਦਰ ਤੇ ਖਲੋਤਾ ਗਾਰਡ ਸੀ ਨਾ, ਉਹਨੇ ਬਾਂਹ ਫੜੀ ਤੇ ਬਾਹਰ ਕੱਢਣ ਲੱਗ ਪਿਆ। ਉਹ ਕਹਿੰਦਾ, ਉਸ ਵੇਲੇ ਉਹਨੂੰ ਯਾਦ ਆਇਆ, ਨਹੀਂ ਮੈਂ ਤੇ ਮਾਲਕ ਨੂੰ ਮਿਲਣ ਵਾਸਤੇ, ਅਫਸਰ ਨੂੰ ਮਿਲਣ ਵਾਸਤੇ ਆਇਆ ਸੀ। ਆਖਣ ਲੱਗੇ ਮੈਨੂੰ ਬਸ 1 ਮਿੰਟ ਦੇ ਦੇ। ਉਹ ਕਹਿੰਦਾ ਨਹੀਂ, ਸਮਾਂ ਪੂਰਾ ਹੋ ਗਿਆ ਤੇਰਾ, ਤੈਨੂੰ ਹੁਣ 1 ਮਿੰਟ ਵੀ ਨਹੀਂ ਦਿੱਤਾ ਜਾ ਸਕਦਾ। ਜਦੋਂ ਬਾਹਰ ਕੱਢ ਰਿਹਾ, ਪਛਤਾਵਾ ਹੋ ਰਿਹਾ। ਸੱਚ ਜਾਣਨਾ, ਜਿਸ ਤਰ੍ਹਾਂ ਉਹ ਬੰਦਾ ਅਵਸਰ ਨੂੰ ਮਿਲਣ ਗਿਆ ਸੀ, ਫੁੱਲ ਬਗੀਚੇ ਫੁਹਾਰਿਆਂ ਦੇ ਵਿੱਚ ਫਸ ਕੇ ਰਹਿ ਗਿਆ, ਅਸੀਂ ਵੀ ਇਹ ਸਮਾਂ ਲੈ ਕੇ ਆਏ ਸੀ ਮਨੁੱਖਾ ਜੀਵਨ ਦਾ ਪਰਮਾਤਮਾ ਤੋਂ, ਕਿ ਇਸ ਮਨੁੱਖਾ ਜੀਵਨ ਵਿੱਚ ਰੱਬ ਤੈਨੂੰ ਮਿਲਾਂਗੇ। ਤੇ ਇੱਥੇ ਰੂਪ ਰੰਗ ਸੁਵੱਪਨ ਸੰਸਾਰ ਦੀ ਮਾਇਆ ਵਿੱਚ ਹੀ ਅਸੀਂ ਖਚਿਤ ਹੋ ਗਏ। ਅਸੀਂ ਖਚਿਤ ਹੋ ਗਏ। ਤੇ ਜਦੋਂ ਪਰਮਾਤਮਾ ਦਾ ਗਾਰਡ ਜਿਹੜਾ ਖਲੋਤਾ ਸੀ, ਜਿਹਨੂੰ ਧਰਮ ਰਾਜਾ ਕਹਿੰਦੇ ਨੇ, ਉਹ ਜਦੋਂ ਇਸ ਸਰੀਰ ਵਿੱਚੋਂ, ਸੰਸਾਰ ਵਿੱਚੋਂ ਇਹਨੂੰ ਕੱਢਣ ਵਾਸਤੇ ਆਇਆ ਨਾ, ਜਿੰਦ ਨੂੰ, ਉਸ ਵੇਲੇ ਬੰਦਾ ਕਹਿੰਦਾ ਉਸ ਹੋਸ਼ ਆਉਂਦੀ ਹੈ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ। ਫਿਰ ਜਾਗਦਾ ਬੰਦਾ ਹੈ, ਮੈਂ ਤੇ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸੀ। ਫਿਰ ਉਹ ਕਹਿੰਦੇ ਹੁਣ ਸਮਾਂ ਖਤਮ ਹੋ ਗਿਆ, ਉਚਾਰਨ ਕਰੋ ਸਤਨਾਮ, ਹੁਣ ਵਾਰੀ ਕੋਈ ਨਹੀਂ ਮਿਲਣੀ ਤੈਨੂੰ। ਬੰਦਾ ਤਰਲੇ ਲੈਂਦਾ ਹੈ ਵੀ ਕੁਛ ਮਿੰਟ ਦੇ ਦੇ, ਕੋਈ ਸਮਾਂ ਦੇ ਦੇ। ਕਹਿੰਦਾ ਨਹੀਂ, ਕੋਈ ਸਮਾਂ ਨਹੀਂ। ਉਸਨੇ ਗਾਰਡ ਨੇ ਬਾਹਰ ਕਰ ਦਿੱਤਾ। ਇਸ ਤਰ੍ਹਾਂ ਜੋ ਧਰਮ ਰਾਜੇ ਨੇ ਕੱਢ ਕੇ ਸਾਡੀ ਜਿਹਨੂੰ ਬਾਹਰ ਕਰ ਦੇਣਾ ਸਰੀਰ ਚੋਂ, ਫਿਰ ਅਸੀਂ ਤਾਂ ਪਛਤਾਵਾਂਗੇ, ਅਸੀਂ ਰੱਬ ਨੂੰ ਮਿਲਣਾ, ਕਿਉਂਕਿ ਇਹੀ ਤੇਰੀ ਔਸਰ, ਇਹੀ ਤੇਰੀ ਵਾਰ। ਕੱਟ ਭੀਤਰ ਤੂੰ ਦੇਖ ਵਿਚਾਰ, ਕਿਉਂਕਿ ਫਿਰ ਯਾਦ ਆਏਗਾ ਤੇ ਅਵਸਰ ਮਿਲਿਆ ਸੀ, ਸਾਨੂੰ ਮੌਕਾ ਮਿਲਿਆ ਸੀ। ਪਰ ਫਿਰ ਪਛਤਾਇਆ ਕੁਛ ਨਹੀਂ ਬਣਨਾ। ਫਿਰ ਮੌਕਾ ਜਿਹੜਾ ਉਹ ਹੱਥੋਂ ਲੰਘ ਜਾਣਾ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ, ਬਾਬਾ ਫਰੀਦ ਜੀ ਵੀ, ਫਰੀਦਾ 4 ਗਵਾਇਆ ਹੰਡ ਕੇ, 4 ਗਵਾਇਆ ਸਮ, ਲੇਖਾ ਰੱਬ ਮੰਗੇਸਿਆ ਤੂੰ ਆਹੋ ਕਿਹੜੇ ਕੰਮ। ਕਿਸ ਕੰਮ ਆਇਆ ਸੀ? ਰੱਬ ਨੇ ਲੇਖਾ ਮੰਗਣਾ, ਕਿਹੜੇ ਕੰਮਾਂ 'ਚ ਲੱਗਿਆ ਆ ਕੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁਕਦੀ ਚੱਲੀ ਰਹਿਣ। ਪ੍ਰਾਣੀ ਮਹਾਰਾਜ ਕਹਿੰਦੇ ਤੂੰ ਲਾਹਾ ਲੈਣ ਆਇਆ ਸੀ, ਕਿਹੜੇ ਭੈੜੇ ਕੰਮਾਂ 'ਚ ਲੱਗਿਆ। ਸਤਿਗੁਰ ਕਹਿੰਦੇ ਨੇ ਬਾਣੀ ਵਿੱਚ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਲ ਲਗੇ ਅਨ ਲਾਲਚ, ਵਿਰਥਾ ਜਨਮ ਪ੍ਰਾਣੀ। ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ, ਵਿਰਥਾ ਜਨਮ ਗਵਾਇਆ। ਸਤਿਗੁਰ ਕਹਿੰਦੇ ਬਾਬਰੇ ਚੱਲਿਆ, ਤੂੰ ਗਿਆਨ ਦੀ ਵਿਚਾਰ ਹੀ ਨਹੀਂ ਕੀਤੀ, ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ। ਉਸ ਵੇਲੇ ਫਿਰ ਪਛਤਾਵਾ ਹੁੰਦਾ, ਜਦੋਂ ਕਿ ਜਿੰਦ ਕੱਢਣ ਦੀ ਵਾਰੀ ਆ ਜਾਂਦੀ ਹੈ। ਸਤਿਗੁਰ ਅੱਜ ਇਹੀ ਸਮਝਾ ਰਹੇ ਨੇ, ਮੌਤ ਸਿਰ ਤੇ ਖਲੋਤੀ ਹੈ, ਪਤਾ ਨਹੀਂ ਕਦੋਂ ਤੇਰੀ ਜਿੰਦ ਕੱਢ ਲਵੇ ਤੇ ਕਦੋਂ ਫਿਰ ਤੇਰਾ ਜੀਵਨ ਸਮਾਪਤ ਹੋ ਜਾਏ। ਉਸ ਤੋਂ ਪਹਿਲਾਂ ਇੱਕ ਕੰਮ ਕਰ ਲੈ, ਕਹਿ ਨਾਨਕ ਰਾਮ ਭਜ ਲੈ, ਜਾਤ ਔਸਰ ਬੀਤ, ਉਹ ਅਵਸਰ ਬਤੀਤ ਹੋ ਜਾਣਾ, ਲੰਘ ਜਾਣਾ। ਲੰਘਣ ਨਾ ਦੇ, ਜਿਹੜਾ ਵੇਲਾ ਮਿਲਿਆ ਉਹਨੂੰ ਸਫਲਾ ਕਰ ਲੈ। ਜਿਤਨਾ ਵੀ ਸਮਾਂ, ਇਹ ਸਾਨੂੰ ਨਹੀਂ ਪਤਾ ਵੀ ਸਮਾਂ ਕਿੰਨਾ ਸਾਡੀ ਜ਼ਿੰਦਗੀ ਦਾ। ਇਸ ਕਰਕੇ ਸਤਿਗੁਰ ਕਹਿੰਦੇ ਜਿਤਨਾ ਸਮਾਂ ਮਿਲਿਆ, ਇਹ ਵੇਲਾ ਮਿਲਿਆ, ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਇਸ ਕਰਕੇ ਉਸ ਪਰਮਾਤਮਾ ਦਾ ਭਜਨ ਕਰ, ਉਸ ਰੱਬ ਨੂੰ ਯਾਦ ਕਰ। ਜਿਹੜੇ ਕੰਮ ਵਾਸਤੇ ਤੂੰ ਸੰਸਾਰ 'ਚ ਆਇਆ ਉਹ ਕੰਮ ਕਰ, ਕਿਉਂਕਿ ਜਾਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨਹਿ ਵਸੇਰਾ, ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ, ਕਰ ਸੰਤਨ ਕੀ ਤੋਰੇ। ਸਤ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਈਏ, ਗੁਰੂ ਦੇ ਦਰ ਤੇ ਆ ਕੇ ਨਕਮਸਤਕ ਹੋਈਏ।
ਮਾਲਕ ਦੇ ਚਰਨਾਂ ਨਾਲ ਪਿਆਰ ਪਾਈਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਔਰ ਲੋਕ ਸਵੇਲੇ ਨਾਨਕ ਹਰ ਭੂ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਇਤਨੇ ਵਚਨ ਪ੍ਰਵਾਨ। ਕੱਲ ਦਾਸ ਸ਼ਾਮ ਦੀ ਹਾਜ਼ਰੀ ਦਾਸ ਦੀ ਨਹੀਂ ਹੋਏਗੀ, ਕਿਤੇ ਦਾਸ ਨੇ ਜਾਣਾ, ਆਪ ਜੀ ਨੇ ਅਸੀਸ ਦੇਣੀ। ਸੋ ਸੰਗਤਾਂ ਨੇ ਵੱਧ ਚੜ੍ਹ ਕੇ ਇਸ ਤਰ੍ਹਾਂ ਹੀ ਹਾਜ਼ਰੀਆਂ ਭਰਦੇ ਹੋਏ ਗੁਰੂ ਅਸੀਸ ਪ੍ਰਾਪਤ ਕਰਨੀ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਅਨੰਦ ਭੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ